सुरेंद्र सिंह सिद्धू जी, ਅੱਜ ਢਾਣੀ ਨੈਕਾਂ ਵਾਲੀ ਦੀ ਸੰਗਤ ਨੇ ਜਿਹੜੇ ਸੰਯੁਕਤ ਮੋਰਚਾ ਐਲਨਾਬਾਦ ਇਲਾਕੇ ਦਾ ਬਣਿਆ ਹੋਇਆ ਸੀ, ਉਹਨਾਂ ਸਾਰੇ ਸਾਥੀਆਂ ਨੂੰ ਗੁਰਦੁਆਰੇ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ। ਅਸੀਂ ਢਾਣੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਮੋਰਚਾ ਦੇ ਵਿੱਚ ਜਿੱਥੇ ਵੀ ਕੋਈ ਬੈਠਾ ਸੀ, ਚਾਹੇ ਆਤਮਾ ਹਰ ਬੰਦੇ ਦੀ ਉਸ ਅੰਦੋਲਨ ਦੇ ਵਿੱਚ ਸੀ ਜਿਹੜੇ ਦਿੱਲੀ ਬਾਰਡਰ 'ਤੇ ਬੈਠੇ ਸਨ। ਭਾਵੇਂ ਉੱਥੇ ਕੋਈ ਨਹੀਂ ਵੀ ਗਿਆ, ਕਿਸੇ ਨੇ ਚੰਦੇ ਦੀ ਸੇਵਾ ਕੀਤੀ, ਕਿਸੇ ਨੇ ਦੁੱਧ ਦੀ ਸੇਵਾ ਕੀਤੀ, ਕਿਸੇ ਨੇ ਕਿਸ ਤਰ੍ਹਾਂ ਵੀ। ਹਰ ਆਦਮੀ ਦਾ ਜਿਹੜਾ ਖੇਤੀ ਨਾਲ ਜੁੜਿਆ, ਮਿਹਨਤ ਨਾਲ ਜੁੜਿਆ ਹੋਇਆ ਇਨਸਾਨ ਸੀ, ਉਹਦੀ ਜਿਹੜੀ ਸੋਚ ਆ ਉਹ ਉਸ ਅੰਦੋਲਨ 'ਚ ਖੜੀ ਸੀ ਕਿ ਜੇ ਇਹ ਅੱਜ ਅੰਦੋਲਨ ਨਾ ਜਿੱਤਿਆ ਗਿਆ ਤਾਂ ਹੋ ਸਕਦਾ ਇਸ ਤੋਂ ਬਾਅਦ ਕੋਈ ਐਡਾ ਵੱਡਾ ਅੰਦੋਲਨ ਨਾ ਖੜਾ ਹੋਵੇ। ਲੇਕਿਨ ਇਹ ਸਬਰ ਅਤੇ ਸੰਤੋਖ ਦੇ ਨਾਲ, ਏਕਤਾ ਦੇ ਨਾਲ ਜਿਵੇਂ ਅੰਦੋਲਨ ਲੜਿਆ ਗਿਆ, ਸ਼ਾਂਤੀਪੂਰਨ ਅੰਦੋਲਨ ਲੜਿਆ ਗਿਆ, ਇਹ ਪਹਿਲੀ ਵਾਰ ਇਹੋ ਜਿਹਾ ਅੰਦੋਲਨ ਲੜਿਆ ਗਿਆ ਕਿ ਜਿਹੜਾ ਬਿਨਾਂ ਹਥਿਆਰਾਂ ਤੋਂ ਸ਼ਾਂਤੀ ਨਾਲ ਬਹਿ ਕੇ, ਏਕਤਾ ਨਾਲ ਬਹਿ ਕੇ, ਸਬਰ ਨਾਲ ਬੈਠ ਕੇ ਲੋਕਾਂ ਨੇ, ਮਿਹਨਤਕਸ਼ ਲੋਕਾਂ ਨੇ ਇਸ ਅੰਦੋਲਨ ਨੂੰ ਜਿੱਤਿਆ। ਇਹ ਭਾਵੇਂ ਅੱਜ 3 ਕਾਲੇ ਕਾਨੂੰਨ ਜਿਹੜੇ ਸਰਕਾਰ ਲੈ ਕੇ ਆਈ ਸੀ ਇਹ ਰੱਦ ਹੋ ਗਏ ਨੇ ਸਾਡੇ। ਇਹ ਕਾਨੂੰਨ ਪਹਿਲਾਂ ਨਹੀਂ ਸਨ। ਇਹ ਤਾਂ ਉਹ ਗੱਲ ਸੀ ਵੀ ਜਿਵੇਂ ਸਾਡੇ ਕੋਲੋਂ ਸਾਡੀ ਚੀਜ਼ ਕੋਈ ਖੋਹ ਕੇ ਤੇ ਸਾਨੂੰ ਕੋਈ ਵਾਪਸ ਦੇ ਰਿਹਾ। ਇਹ ਸੀ ਵੀ ਇਹ ਸਰਕਾਰ ਨੇ, ਤਾਨਾਸ਼ਾਹ ਸਰਕਾਰ ਨੇ ਸਾਡੇ ਤੋਂ ਇੱਕ ਹੱਕ ਖੋਹਿਆ ਸੀ ਜ਼ਮੀਨਾਂ ਖੋਹਣ ਦਾ, ਉਹ ਅਸੀਂ ਜਿੱਤ ਕੇ, ਲੜਾਈ ਲੜ ਕੇ ਤੇ ਉਹਨੂੰ ਵਾਪਸ ਕਰਾਇਆ। ਪਰ ਜਿਹੜੇ ਸਾਡੇ ਹੱਕ ਬਣਦੇ ਸਨ ਉਹ ਵਾਸਤਵ 'ਚ ਜੇ ਲੜਾਈ ਸਾਡੀ ਬਾਕੀ ਖੜੀ ਹੈ। ਭਾਵੇਂ ਅਸੀਂ ਪਰਾਲੀ ਦਾ ਵੀ ਵਾਪਸ ਕਰਵਾ ਲਿਆ, ਬਿਜਲੀ ਬਿੱਲ ਜਿਹੜਾ ਆਉਣਾ ਸੀ 2021 ਦਾ ਉਹ ਵੀ ਅਸੀਂ ਵਾਪਸ ਕਰਵਾ ਲਿਆ। ਪਰ ਸਭ ਤੋਂ ਪਹਿਲਾਂ ਜਿਹੜਾ ਅੰਦੋਲਨ ਚੱਲ ਰਿਹਾ ਸੀ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦਾ, ਉਹ ਸਵਾਮੀਨਾਥਨ ਯੋਗ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਸੀ। ਕਿਸਾਨਾਂ ਦੇ ਕਰਜ਼ਾ, ਕਿਸਾਨ ਨੂੰ ਕਰਜ਼ਾ ਮੁਕਤ ਕਰਨ ਦਾ ਅੰਦੋਲਨ ਸੀ। ਉਹ ਅਜੇ ਸਾਡੀ ਲੜਾਈ ਬਾਕੀ ਹੈ। ਫਸਲਾਂ ਦੇ MSP ਦਾ ਗੱਲ ਸੀ, ਉਹ ਠੀਕ ਹੈ, ਕਮੇਟੀ ਬਣੀ, ਉਹ ਧਿਆਨ ਰੱਖਣਾ ਪਏਗਾ ਇਹ ਕੀ ਕਰਦੀ ਹੈ ਸਰਕਾਰ। ਹੋ ਸਕਦਾ ਕਿ ਸਾਨੂੰ ਬਹੁਤ, ਹੋ ਨਹੀਂ ਸਕਦਾ, ਇਹ ਪੱਕਾ ਹੈ, ਨਿਸ਼ਚਿਤ ਹੈ ਕਿ ਸਾਨੂੰ ਹੋਰ ਲੜਾਈ ਬਹੁਤ ਮਜ਼ਬੂਤ ਲੜਨੀ ਪਏਗੀ। ਤਰ੍ਹਾਂ ਤਰ੍ਹਾਂ ਦੇ ਹਮਲੇ ਸਰਕਾਰ ਕਰ ਰਹੀ ਹੈ। ਨਿੱਜੀਕਰਨ, ਜਿਹੜੇ ਸਰਕਾਰੀ ਅਦਾਰੇ ਆ ਉਹ ਵੇਚੀ ਜਾ ਰਹੀ ਹੈ। ਜਿਹੜੀ ਸਰਕਾਰੀ ਪ੍ਰਾਪਰਟੀ ਆ ਉਹਨੂੰ ਵੇਚਿਆ ਜਾ ਰਿਹਾ ਆ। ਉਹ ਇਹਨਾਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਘਰ ਹੀ ਭਰੇ ਜਾ ਰਹੇ ਨੇ। ਉਹਨਾਂ ਨੂੰ ਹੀ ਹੋਰ ਪੈਸਾ ਜਿਹੜਾ ਉਹਨਾਂ ਦੀਆਂ ਤਿਜੋਰੀਆਂ 'ਚ ਸੁੱਟਿਆ ਜਾ ਰਿਹਾ ਹੈ। ਆਮ ਲੋਕਾਂ ਦਾ, ਚਾਹੇ ਉਹ ਪੈਨਸ਼ਨ ਅਜੇ ਕੱਟਣ ਦੀ ਗੱਲ ਕਰ ਰਹੇ ਆ, ਸਬਸਿਡੀਆਂ ਖਤਮ ਕਰਨ ਦੀ ਗੱਲ ਕਰ ਰਹੇ ਆ, ਇਹ ਸਾਰਾ ਕੁਛ ਆਮ ਜਨਤਾ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਸੀ ਉਹ ਵਾਪਸ ਲੈ ਕੇ ਤੇ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਹੀ ਪਾਲ ਰਹੀ ਆ। ਲੋਕਾਂ ਨੂੰ ਗਿਣਤੀ ਸਾਡੀ ਜ਼ਿਆਦਾ, ਸਾਨੂੰ ਇਹ ਸਮਝਣਾ ਪਏਗਾ ਕਿ ਅਸੀਂ ਜਦੋਂ ਵੀ ਸਰਕਾਰ ਬਦਲਣ ਨੂੰ, ਕਈ ਵਾਰ ਕੁਛ ਲੋਕ ਕਹਿੰਦੇ ਆ ਕਿ ਰਾਜਨੀਤੀ 'ਚ ਹਿੱਸਾ ਨਹੀਂ ਲੈਣਾ, ਲੇਕਿਨ ਰਾਜਨੀਤੀ ਜੇ ਕਿਤੋਂ ਵੀ ਗੰਦਗੀ ਸਾਫ਼ ਕਰਨੀ ਹੈ ਤਾਂ ਉਹਦੀਆਂ ਛਿੱਟਾਂ ਸਾਡੇ 'ਤੇ ਪੈਣਗੀਆਂ। ਸਾਨੂੰ ਵਿੱਚ ਵੜ ਕੇ ਉਹ ਸਾਫ਼ ਕਰਨਾ ਪਏਗਾ। ਅਸੀਂ ਵੇਖਿਆ ਸਿੰਘੂ ਬਾਰਡਰ ਦੇ ਉੱਤੇ ਬਹੁਤ ਮਹਾਨ ਡਾਕਟਰ ਸਵੈਮਾਨ ਸਿੰਘ ਜਿਹੜੇ ਅਮਰੀਕਾ ਤੋਂ ਚੱਲ ਕੇ ਇਸ ਅੰਦੋਲਨ ਦੀ ਸੇਵਾ ਕਰਨ ਵਾਸਤੇ ਆਏ ਸੀ, ਉਹਨਾਂ ਨੇ ਉਹ ਨਾਲਿਆਂ ਦੇ ਵਿੱਚ ਵੜ ਕੇ ਉਹ ਨਾਲੇ ਉੱਥੇ ਸਾਫ਼ ਕੀਤੇ ਨੇ, ਜਨਤਾ ਦੀ ਸੰਗਤ ਦੀ ਸੇਵਾ ਕੀਤੀ ਉਹਨਾਂ ਨੇ। ਇਸੇ ਤਰ੍ਹਾਂ ਸਾਨੂੰ ਇਹ, ਅਗਰ ਜੇ ਰਾਜਨੀਤਿਕ ਗੰਦਗੀ ਫੈਲ ਚੁੱਕੀ ਸਾਡੇ ਦੇਸ਼ ਦੇ ਵਿੱਚ, ਜਿਹੜੀ ਦੇਸ਼ ਨੂੰ ਗੁਲਾਮੀ ਵੱਲ ਲਿਜਾ ਰਹੀ ਹੈ, ਬਹੁ ਰਾਸ਼ਟਰੀ ਕੰਪਨੀਆਂ, ਵਿਦੇਸ਼ੀ ਕੰਪਨੀਆਂ ਨੂੰ ਦੁਬਾਰਾ ਸੱਦਾ ਦੇ ਰਹੀ ਹੈ, ਉਹਨਾਂ ਨੂੰ ਪਿਛਾਂਹ ਧਕੇਲਣ ਵਾਸਤੇ ਸਾਨੂੰ ਜਿਵੇਂ ਮੋਰਚਾ ਸਾਡਾ ਬਣਿਆ, ਸਾਡੀ ਏਕਤਾ ਹੋਈ ਹੈ, ਉਹ ਏਕਤਾ ਨੂੰ ਮਜ਼ਬੂਤ ਰੱਖਦੇ ਹੋਏ ਉਹ ਇੱਕ ਲੰਮੀ ਲੜਾਈ, ਲੰਮੀ ਜੱਦੋਜਹਿਦ ਸਾਨੂੰ ਇਹ ਕਰਨੀ ਪਏਗੀ। ਅਸੀਂ ਆਪਣੇ ਦੇਸ਼ ਨੂੰ ਬਚਾਉਣਾ। ਪਹਿਲਾਂ ਵੀ ਦੇਸ਼ ਨੂੰ ਬਚਾਉਣ ਦੀ ਲੜਾਈ ਸੀ। ਜਿਹੜੀ ਇਹ ਕਾਲੇ ਕਾਨੂੰਨ ਸਨ, ਇਹ ਦੇਸ਼ ਨੂੰ ਗੁਲਾਮੀ ਦਾ ਹੀ ਫੰਦਾ ਸੀ ਦੇਸ਼ ਦੇ ਉੱਤੇ, ਉਹ ਅਸੀਂ ਲਾਇਆ। ਪਰ ਅੱਜ ਵੀ ਇਹ ਚੁੱਪ ਕਰਕੇ ਬੈਠੇ ਕੋਈ ਨਹੀਂ ਗੇ। ਇਹ ਮਿਸ਼ਨਾ ਜਿਹਾ ਬੰਦਾ ਜਿਹੜਾ ਸਾਡੇ ਦੇਸ਼ ਦੇ ਹਾਕਮ ਜਿਹਨੂੰ ਬਣਾ ਲਿਆ, ਅਸੀਂ ਇਹਦੇ ਤੋਂ ਦੇਸ਼ ਨੂੰ ਬਚਾਉਣਾ ਹੈ। ਇਹ ਇੱਕ ਉੱਤੇ ਇਹੋ ਜਿਹੀ ਇੱਕ ਲੌਬੀ ਚਲੀ ਗਈ ਹੈ ਕਿ ਜਿਹੜੀ ਦੇਸ਼ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਇਹਨਾਂ ਦੇ ਲੋਕ, ਚਾਹੇ ਨਥੂਰਾਮ ਗੋਡਸਾ ਸੀ, ਚਾਹੇ ਵੀਰ ਸਾਵਰਕਰ ਸੀ, ਚਾਹੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਪਿੱਛੇ ਅਟਲ ਬਿਹਾਰੀ ਵਾਜਪਾਈ ਰਿਹਾ, ਉਹਨੇ ਵੀ ਐਫੀਡੇਵਿਟ ਦੇ ਕੇ ਕਿ ਮੈਨੂੰ ਰਿਹਾ ਕਰੋ, ਜੇਲ੍ਹ ਦੇ ਵਿੱਚੋਂ ਮਾਫੀ ਮੰਗ ਕੇ ਉਹ ਵੀ ਬਾਹਰ ਆਇਆ ਸੀ। ਇਹ ਜਿਹੜੇ BJP ਦੇ ਲੋਕ, RSS ਦੇ ਲੋਕ ਨੇ, ਇਹ ਸਾਰੇ ਅੰਗਰੇਜ਼ਾਂ ਦੇ ਪਿੱਠੋਂ ਨੇ। ਅੱਜ ਅਸੀਂ ਆਪ ਹੀ ਉਹਨਾਂ ਨੂੰ ਵੋਟਾਂ ਦੇ ਕੇ ਰਾਜ 'ਤੇ ਬਿਠਾ ਲਿਆ। ਉਹ ਉਹੀ ਕੰਮ ਕਰ ਰਹੇ ਜੋ ਉਦੋਂ ਚਾਹੁੰਦੇ ਸੀ, ਉਹੀ ਉਹ ਅੱਜ ਕਰ ਰਹੇ ਆ।
देश ਮਿਹਨਤਕਸ਼ ਲੋਕਾਂ ਦਾ, ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਅੱਜ ਇਹਨਾਂ ਅਨਾਜ ਪੈਦਾ ਕੀਤਾ ਹੈ, ਅੱਜ ਇਹਨਾਂ ਵਿਕਾਸ ਕੀਤਾ ਹੈ, ਏਡੇ ਏਡੇ ਵੱਡੇ ਭਵਨ ਬਣਾਏ ਨੇ, ਸੜਕਾਂ ਬਣਾਈਆਂ ਨੇ, ਪਾਰਕ ਬਣਾਏ ਨੇ ਔਰ ਪੈਦਾਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਕੀਤਾ ਹੈ। ਇਹ ਦੇਸ਼ ਉਹਨਾਂ ਲੋਕਾਂ ਦਾ, ਇਹ ਵਿਹਲੜਾਂ ਦਾ ਦੇਸ਼ ਨਹੀਂ। ਸਾਨੂੰ ਇਸ ਗੱਲ ਤੇ ਇਕੱਠਾ ਹੋਣਾ ਪਏਗਾ। ਅਸੀਂ ਕਿਰਤ ਕਰਦੇ ਹਾਂ, ਲੜਾਈ ਕਿਰਤ ਤੇ ਲੁੱਟ ਦੇ ਵਿੱਚ ਹੈ। ਅਸੀਂ ਕਿਰਤ ਕਰਦੇ ਤੇ ਕਿਰਤ ਕਰਨ ਵਾਲੇ ਲੋਕਾਂ ਨੂੰ ਇਕੱਠਿਆ ਹੋਣਾ ਪਏਗਾ, ਚਾਹੇ ਅੱਜ ਹੋ ਜਾਈਏ ਚਾਹੇ ਕੱਲ੍ਹ ਹੋ ਜਾਈਏ। ਜਾਤ ਪਾਤ ਧਰਮ ਮਜ਼ਹਬ ਤੋਂ ਉੱਤੇ ਉੱਠ ਕੇ ਸਿਰਫ ਕਿਤੇ ਨਾਲ ਜੁੜ ਕੇ ਅਸੀਂ ਇਕੱਠੇ ਹੋਵਾਂਗੇ ਤੇ ਅਸੀਂ ਆਪਣੀ ਮੁਕਤੀ ਹਾਸਲ ਕਰਾਂਗੇ। ਬਹੁਤ ਕੁਛ ਅਜੇ ਹਾਸਲ ਕਰਨ ਵਾਲਾ, ਇਹ ਤਾਂ ਸਾਡੇ ਹੀ ਚੀਜ਼ ਸਾਡੇ ਤੋਂ ਖੋਹ ਕੇ ਸਾਡੇ ਉੱਤੇ ਥੋਪੀ ਗਈ, ਉਹਨੂੰ ਲਾਪਾ ਲਾਇਆ, ਪਰ ਲੜਾਈ ਅਜੇ ਬਾਕੀ ਹੈ। ਅਸੀਂ ਇਹ ਵੀ ਚਾਹੁੰਦੇ ਹਾਂ ਮੀਡੀਆ ਅਗਰ ਇਸ ਗੱਲ ਨੂੰ ਪਹੁੰਚਾਵੇ ਤੇ ਜਿਹੜੇ ਸਾਡੇ ਆਗੂ ਨੇ ਅੱਜ ਜਿਹੜੇ ਕਹਿ ਰਹੇ ਆ ਫਲਾਨਾ RSS ਦਾ ਬੰਦਾ ਫਲਾਨਾ, ਜਿਨ੍ਹਾਂ ਲੋਕਾਂ ਨੇ ਸਬਰ ਨਾਲ ਐਡੀ ਵੱਡੀ ਲੜਾਈ ਲੜੀ ਹੈ, ਹੁਣ ਆਪੋ 'ਚ ਦੂਸ਼ਣਬਾਜ਼ੀ ਨਾ ਕਰੋ, ਆਪੋ 'ਚ ਏਕਤਾ ਮਜ਼ਬੂਤ ਕਰਨ ਦੀ ਲੋੜ ਹੈ ਤੇ ਇਹ ਦੂਸ਼ਣਬਾਜ਼ੀਆਂ ਨੂੰ ਛੱਡ ਕੇ ਆਪਣੀ ਏਕਤਾ ਮਜ਼ਬੂਤ ਕਰੋ। ਲੜਾਈ ਬਾਕੀ ਹੈ, ਲੜਾਈ ਅਜੇ ਲੜਨੀ ਪਏਗੀ ਦੇਸ਼ ਨੂੰ ਬਚਾਉਣ ਦੀ, ਲੋਕਾਂ ਦੀ ਗਰੀਬੀ ਦੀ ਦਲਦਲ ਦੇ ਵਿੱਚੋਂ ਕੱਢਣ ਦੀ, ਲੋਕਾਂ ਨੂੰ ਇੱਕ ਵਧੀਆ ਜ਼ਿੰਦਗੀ, ਵਧੀਆ ਸਿੱਖਿਆ, ਵਧੀਆ ਇਲਾਜ ਦੇਣ ਦੀ ਲੜਾਈ ਜਿਹੜੀ ਹੈ ਉਹ ਅਜੇ ਬਾਕੀ ਹੈ। ਇੰਨਾ ਕੁਛ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ। ਔਰ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਸਨਮਾਨਿਤ ਕੀਤਾ ਬੁਲਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ। ਪਰ ਮੈਂ ਇਸ ਤੋਂ ਇਲਾਵਾ ਸਾਡੇ ਸਾਥੀ ਇਹ ਬੂਟਾ ਸਿੰਘ ਹੋਰੀ ਨੇ ਤੇ ਕੁਝ ਸਾਥੀ ਇਹਨਾਂ ਦੇ ਨਾਲ ਇੱਕ ਟੀਮ ਸੀ ਕਿ ਜਿਨ੍ਹਾਂ ਸਭ ਤੋਂ ਪਹਿਲਾਂ ਐਲਨਾਬਾਦ ਦੇ ਚੌਂਕਾਂ ਦੇ ਵਿੱਚ ਖੜੇ ਹੋ ਕੇ ਪੋਸਟਰ ਲੈ ਕੇ ਆਪਣੀ ਆਵਾਜ਼ ਜਿਹੜੀ ਸੀ ਹੈ ਸੰਯੁਕਤ ਮੋਰਚੇ ਦੀ, ਇਹਨੂੰ ਬੁਲੰਦ ਰੱਖਿਆ। ਇਹਨਾਂ ਨੂੰ ਵੇਖ ਕੇ ਅਸੀਂ ਇਹਨਾਂ ਦੇ ਨਾਲ ਜਾ ਕੇ ਖੜਨਾ ਸ਼ੁਰੂ ਕੀਤਾ ਸੀ। ਪਰ ਸ਼ੁਰੂਆਤ ਜਿਹੜੀ ਹੈ ਚੌਂਕਾਂ 'ਚ ਖਲੋਣ ਦੀ ਇਹਨਾਂ ਸਾਥੀਆਂ ਦੀ ਬਹਾਦਰੀ ਹੈ ਤੇ ਮੈਂ ਇਹਨਾਂ ਨੂੰ ਸਲੂਟ ਕਰਦਾ ਕਿ ਜਿਨ੍ਹਾਂ ਨੇ ਇਹ ਸ਼ੁਰੂਆਤ ਵਧੀਆ ਰੱਖੀ ਔਰ ਆਖਰੀ ਟਾਈਮ ਤੱਕ ਅੱਜ ਤੱਕ ਵੀ ਇਹ ਨਾਲ ਖੜੇ ਆ। ਉਮੀਦ ਕਰਦੇ ਹਾਂ ਕਿ ਅਗਾਂਹ ਵੀ ਸਾਡੇ ਨਾਲ ਰਹਿਣਗੇ। ਬਹੁਤ ਬਹੁਤ ਧੰਨਵਾਦ। ਅੱਜ ਢਾਣੀ ਨਾਇਕਾਵਾਲੀ ਵਿਖੇ ਜੋ ਅੰਦੋਲਨ ਸਮਾਪਤ ਹੋਇਆ ਹੈ, ਜੋ ਅੰਦੋਲਨ ਅਸੀਂ ਜਿੱਤਿਆ ਹੈ, ਉਹਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਸੀਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਆ ਅਤੇ ਨਾਲ ਹੀ ਅਸੀਂ ਸੱਦਾ ਦਿੱਤਾ ਸੀ ਸੰਯੁਕਤ ਕਿਸਾਨ ਮੋਰਚਾ ਦੀ ਟੀਮ ਨੂੰ। ਉਹ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਪਹੁੰਚੇ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜਗਵੀਰ ਸਿੰਘ ਰਾਜੇਵਾਲ, ਹੈਰੀ ਬਾਈ, ਇਹ ਸੰਯੁਕਤ ਕਿਸਾਨ ਮੋਰਚਾ ਐਲਨਾਬਾਦ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜਾ ਆਪਦਾ ਕੀਮਤੀ ਟਾਈਮ ਕੱਢ ਕੇ ਸਾਡੇ ਗ੍ਰਹਿ ਵਿਖੇ ਪਹੁੰਚੇ ਆ। ਢਾਣੀ ਨਾਇਕਾਂ ਵਾਲੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹਨਾਂ ਦੇ ਬੱਚੇ ਆ, ਮੋਰਚੇ ਦੇ ਕਿਸਾਨ ਨਾਲ ਰਹੇ ਇਹਨਾਂ ਦੇ ਸੰਯੁਕਤ ਦੇ। ਇਹਨਾਂ ਨੇ ਸਾਡੇ ਤੋਂ ਕਈ ਗਲਤੀਆਂ ਵੀ ਹੋਈਆਂ, ਅਸੀਂ ਇਹਨਾਂ ਤੋਂ ਮਾफ़ੀ ਮੰਗਦੇ ਹਾਂ। ਫਿਰ ਵੀ ਅੱਜ ਆਪਦਾ ਕੀਮਤੀ ਟਾਈਮ ਕੱਢ ਕੇ ਸਾਡੇ ਪਿੰਡ ਪਹੁੰਚਿਆ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸੰਘਰਸ਼ ਦੇ ਵਿੱਚ ਹਰ ਥਾਂ ਤੇ ਇਹਨਾਂ ਨੇ ਸਾਡਾ ਸਾਥ ਦਿੱਤਾ। ਰਾਜੂ ਰਮਾਣਾ ਬਾਈ, ਮੋਹਿਤ ਪਟੇਲ, ਗੁਰਲਾਲ ਬਾਈ ਕਿਲੋਗਾ, ਜਿਨ੍ਹਾਂ ਨੇ ਤੁਸੀਂ ਆਪਣੇ ਘੋਲ ਨੂੰ ਇੰਨੇ ਪਿਆਰ ਦੇ ਨਾਲ ਛੱਡ ਦਿਓ। ਭਾਵੇਂ ਵੱਖ ਵੱਖ ਜਥੇਬੰਦੀਆਂ ਸੀ, ਬੜਾ ਸਾਡੀਆਂ ਭੈਣਾਂ ਦਾ ਬੜਾ ਅੰਦੋਲਨ ਦੇ ਵਿੱਚ ਯੋਗਦਾਨ ਰਿਹਾ, ਉਹ ਵੀ ਵਧਾਈ ਦੇ ਪਾਤਰ ਹੈ। ਅੱਜ ਜੋ ਇਹਨਾਂ ਨੇ ਵੀਰਾਂ ਨੇ ਬੁਲਾ ਕੇ ਸੰਯੁਕਤ ਮੋਰਚੇ ਨੂੰ ਇੱਥੇ ਮਾਨ ਸਨਮਾਨ ਦਿੱਤਾ ਹੈ, ਸਾਡੇ ਵੀਰ ਭਾਈ ਬੂਟਾ ਸਿੰਘ, ਸੁਖਦੇਵ ਸਿੰਘ ਔਰ ਇਸ ਸਹਿਯੋਗ ਜਿਹੜੀ ਲੜਾਈ ਦੇ ਵਿੱਚ ਆਪਦਾ ਬਹੁਤ ਵੱਡਾ ਯੋਗਦਾਨ ਪਾਇਆ ਹੈ, ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਉਮੀਦ ਕਰਦਾ ਹੈ ਕਿ ਇਹ ਲੜਾਈ ਹਜੇ ਮੁੱਕੀ ਨਹੀਂ, ਇਹ ਲੜਾਈ ਵੀਰੋ ਹਜੇ ਮੁੱਕੀ ਨਹੀਂ। ਲੜਾਈਆਂ ਹੱਕਾਂ ਦੀਆਂ ਲੜਾਈਆਂ ਜਿਹੜੇ ਇਸੇ ਤਰ੍ਹਾਂ ਹੀ ਆਪਾਂ
ਇਕੱਠੇ ਹੋ ਕੇ ਆਪਾਂ ਆਪਣੀ ਇਕਜੁੱਟਤਾ ਦਾ ਸਬੂਤ ਦਿੰਦੇ ਰਹਾਂਗੇ ਔਰ ਆਪਣੇ ਹੱਕਾਂ ਦੀਆਂ ਲੜਾਈਆਂ ਆਪਾਂ ਇਵੇਂ ਲੜਦੇ ਰਹਾਂਗੇ। ਇਹ ਜਿਹੜੀਆਂ ਸਰਕਾਰਾਂ ਤਰ੍ਹਾਂ ਦੇ ਆਪਣੇ ਉੱਤੇ ਜਿਹੜੇ ਹੈ ਅਤਿਆਚਾਰ ਉਹ ਕਰ ਵੀ ਰਹੀਆਂ, ਜਿਵੇਂ ਇੱਕ ਬਜ਼ੁਰਗਾਂ ਦੀ ਪੈਨਸ਼ਨ ਦੀ ਹੁਣ ਗੱਲ ਕਰੀ ਜਾਂਦੇ, ਅਸੀਂ ਵੀ ਬਜ਼ੁਰਗਾਂ ਦੀਆਂ ਪੈਨਸ਼ਨਾਂ ਕੱਟੀ ਜਾਂਦੀਆਂ ਤੇ ਉਮੀਦ ਕਰਾਂਗੇ ਕਿ ਸਾਰੇ ਜਿਹੜੇ ਸਾਥੀ ਇਕੱਠੇ ਹੋ ਕੇ ਲੜਾਈਆਂ ਲੜਨਗੇ। ਇੱਕ ਵਾਰੀ ਸੰਯੁਕਤ ਕਿਸਾਨ ਮੋਰਚਾ ਸਾਰੀ ਨੇਤਾ ਪੂਰੀ ਸਾਧ ਸੰਗਤ ਦਾ ਇਲਾਕੇ ਦੇ ਜਿੰਨੇ ਵੀ ਸਾਥੀਆਂ ਨੇ ਵੱਧ ਚੜ੍ਹ ਕੇ ਇਹਦੇ ਵਿੱਚ ਸਹਿਯੋਗ ਪਾਇਆ ਇਸ ਅੰਦੋਲਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦਾ ਦਿਲੋਂ ਧੰਨਵਾਦੀ ਕਰਦਾ ਔਰ ਜੋ ਉਹਨਾਂ ਨੇ ਤੇ ਮਾਨ ਸਨਮਾਨ ਦਿੱਤਾ ਹੈ ਬੁਲਾ ਕੇ ਪੂਰੀ ਟੀਮ ਨੂੰ, ਉਹਦੇ ਵਾਸਤੇ ਪੂਰਾ ਸੰਯੁਕਤ ਕਿਸਾਨ ਮੋਰਚਾ ਆਪ ਜੀ ਦਾ ਤਹਿ ਦਿਲ ਨੂੰ ਧੰਨਵਾਦ ਕਰਦੇ ਹੈ। ਉਮੀਦ ਕਰਦੇ ਹਾਂ ਤੁਸੀਂ ਆਪਣੀ ਏਕਤਾ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।